ਗੁਰਚਰਨ ਸਿੰਘ ਨੇ ਲਿਖਿਆ ਹੈ। ਸਤਨਾਮ ਬਾਬਾ ਜੀ, ਕੋਟ ਕੋਟ ਪ੍ਰਣਾਮ। ਬਾਬਾ ਜੀ, ਇੱਕ ਸਵਾਲ ਆ ਜੀ, ਕੀ ਮਾਸਾਹਾਰੀ ਭੋਜਨ ਕਰਨਾ ਪਾਪ ਆ? ਆਪ ਜੀ ਅਨੁਸਾਰ ਕਿਸ ਪ੍ਰਕਾਰ ਦਾ ਭੋਜਨ ਕਰਨਾ ਚਾਹੀਦਾ? ਇੱਧਰ ਅੰਦਰ ਦੀ ਗੱਲ ਕੀਤੀ ਜਾ ਰਹੀ ਹੈ। ਤੁਸੀਂ ਹਾਲੇ ਵੀ ਬਾਹਰ ਦੀਆਂ ਗੱਲਾਂ ਵਿੱਚ ਉਲਝੇ ਹੋਏ ਹੋ। ਐਸੇ ਸਵਾਲ ਇਹ ਬਾਹਰ ਮੁਖੀ ਧਾਰਮਿਕ ਲੋਕਾਂ ਦੇ ਹਨ। ਤੋ ਐਸੇ ਸਵਾਲਾਂ ਦੇ ਜਵਾਬ ਵੀ ਦਿੰਦੇ ਹਨ ਇੱਕ ਦੂਸਰੇ ਨੂੰ। ਤੇ ਬਹੁਤ ਵਿਚਾਰ ਹੁੰਦੀ ਹੈ, ਬਹੁਤ ਚਰਚਾ ਕਰਦੇ ਹਨ ਕਿ ਖਾਣਾ ਠੀਕ ਹੈ ਕਿ ਨਹੀਂ ਖਾਣਾ ਚਾਹੀਦਾ, ਕੀ ਖਾਣਾ ਪਾਪ ਹੈ, ਕੀ ਖਾਣਾ ਪੁੰਨ ਹੈ। ਤੇ ਬਹੁਤ ਬਹਿਸ ਕਰਦੇ ਹਨ ਧਾਰਮਿਕ ਲੋਕ। ਤੇ ਫਿਰ ਵੀ ਕੋਈ ਵੀ ਅਜੇ ਤੱਕ ਸਿੱਧ ਨਹੀਂ ਕਰ ਪਾਇਆ ਹੈ। ਕਿਉਂਕਿ ਪਹਿਲਾਂ ਇਹੋ ਹੀ ਸਪਸ਼ਟ ਨਹੀਂ ਹੁੰਦਾ ਹੈ ਕੀ ਮਾਸ ਹੈ ਤੇ ਕੀ ਸਾਗ ਹੈ। ਦੇਖੋ, ਇਹ ਸਦੀਆਂ ਤੋਂ ਹੀ ਧਾਰਮਿਕ ਲੋਕ ਬਹਿਸ ਕਰਦੇ ਆਏ ਹਨ। ਬਾਬੇ ਨਾਨਕ ਦੇਵ ਜੀ ਦੇ ਵੀ ਸਮੇਂ ਕੁਛ ਪੰਡਤ ਜੋ ਐਸੇ ਹੀ ਬਹਿਸ ਕਰ ਰਹੇ ਸਨ, ਉਹਨਾਂ ਨੂੰ ਉੱਤਰ ਵੀ ਬਾਬੇ ਨਾਨਕ ਨੇ ਦਿੱਤਾ ਹੈ। ਇੱਕ ਸ਼ਬਦ ਦੁਬਾਰਾ ਤੁਸੀਂ ਸਮਝੋ। ਮਾਸ ਮਾਸ ਕਰ ਮੂਰਖ ਝਗੜੇ, ਗਿਆਨ ਧਿਆਨ ਨਹੀਂ ਜਾਣੇ। ਕੌਣ ਮਾਸ ਕੌਣ ਸਾਗ ਕਹਾਵੇ, ਕਿਸਮੇ ਪਾਪ ਸਮਾਣੇ। ਕਹਿੰਦੇ ਹਨ ਵੀ ਮਾਸ ਮਾਸ ਕਰਕੇ ਜਿਹੜੇ ਝਗੜ ਰਹੇ ਹਨ ਉਹ ਮੂਰਖ ਹਨ। ਉਹਨਾਂ ਨੂੰ ਕੋਈ ਗਿਆਨ ਧਿਆਨ ਦਾ ਪਤਾ ਹੀ ਨਹੀਂ। ਕੌਣ ਮਾਸ ਕੌਣ ਸਾਗ ਕਹਾਵੇ, ਕਿਸ ਮਹਿ ਪਾਪ ਸਮਾਣੇ। ਕਹਿੰਦੇ ਕੀ ਮਾਸ ਹੈ ਤੇ ਕੀ ਸਾਗ ਹੈ, ਇਹੋ ਹੀ ਗੱਲ ਸਪਸ਼ਟ ਨਹੀਂ ਹੁੰਦੀ। ਵੈਜ ਨੌਨ ਵੈਜ ਦੀ ਧਾਰਨਾ ਹਰ ਇੱਕ ਦੀ ਵੱਖ ਹੈ ਨਾ, ਸਾਫ ਥੋੜ੍ਹੀ ਹੁੰਦਾ। ਫਿਰ ਉਹ ਉੱਪਰ ਇਸ ਸ਼ਬਦ ਦੁਆਰਾ ਸਮਝਾਉਂਦੇ ਹਨ। ਕਹਿੰਦੇ ਹਨ ਭਈ ਪਹਿਲਾਂ ਬੱਚਾ ਪੈਦਾ ਹੋਇਆ, ਮਾਸੋਂ ਬਾਹਰ ਕੱਢਿਆ, ਫਿਰ ਕੀ ਮੰਮਾ ਮਾਸ ਗਿਰਾਸ। ਤਾਂ ਉਹਦੇ ਮੁੱਖ ਦੇ ਵਿੱਚ ਜਿਹੜਾ ਸਥਨ ਪਾਇਆ ਉਹ ਵੀ ਮਾਸ ਦਾ। ਫਿਰ ਮੂੰਹ ਮਾਸੇ ਕਾ ਜੀਭ ਮਾਸੇ ਕੀ, ਮਾਸੇ ਅੰਦਰ ਸਾਸ। ਫਿਰ ਵੱਡਾ ਹੋਇਆ, ਵਿਆਹਿਆ, ਘਰ ਲੈ ਆਇਆ ਮਾਸ। ਦੇਖੋ, ਮਾਸੋਂ ਹੀ ਮਾਸ ਉਪਜੈ, ਮਾਸੋਂ ਸਭੋ ਸਾਗ। ਕਹਿੰਦੇ ਸਭ ਕੁਛ ਤੇ ਮਾਸ ਤੋਂ ਪੈਦਾ ਹੋ ਰਿਹਾ ਤੇ ਮਾਸ ਦਾ ਹੀ ਖੇਲ। ਫਿਰ ਘਰ ਕਾ ਮਾਖ ਚੰਗੇੜਾ, ਤੇ ਬਾਹਰਲਾ ਜਿਹੜਾ ਮਾੜਾ ਮਾਸ। ਹੁਣ ਘਰ ਦਾ ਤੁਹਾਡਾ ਬੱਚਾ ਨਾਲ ਮੋਹ ਕਰਦੇ ਤੁਸੀਂ, ਉਹ ਵੀ ਮਾਸ ਹੀ। ਤੇ ਬਾਹਰ ਜਿਹੜਾ ਦੂਸਰਾ ਹੈ, ਜਾਨਵਰ ਲੈ ਲਓ ਜਾਂ ਹੋਰ ਲੈ ਲਓ ਕੁਛ, ਉਹ ਵੀ ਮਾਸ ਹੀ। ਤੇ ਸਭ ਕੁਛ ਮਾਸ ਤੋਂ ਹੀ ਪੈਦਾ ਹੋ ਰਿਹਾ ਹੈ।
ਫਿਰ ਅਗਲੇ ਸ਼ਬਦ ਦੇ ਵਿੱਚ ਹੋਰ ਵੀ ਉਹ ਸਪਸ਼ਟ ਕਰਦੇ ਹਨ ਵੀ ਇਹ ਮਾਸ ਪੈਦਾ ਕਿੱਥੋਂ ਹੁੰਦਾ ਹੈ? ਪਾਣੀ ਤੋਂ। ਤੋਇਓ ਅੰਨ ਕਮਾਦ ਕਪਾਹ ਤੋਇਓ ਤ੍ਰਿੜਪਵਨ ਗੰਨ। ਕਹਿੰਦੇ ਹਨ ਵੀ ਪਾਣੀ ਤੋਂ ਹੀ ਇਹ ਸਾਰੀ ਵਨਸਪਤੀ ਪੈਦਾ ਹੁੰਦੀ ਹੈ ਅਤੇ ਇਸ ਵਨਸਪਤੀ ਨੂੰ ਖਾ ਕੇ ਅੱਗੇ ਪਸ਼ੂ ਪੰਛੀ ਜੀਵ ਮਨੁੱਖ ਪੈਦਾ ਹੋ ਰਹੇ। ਇੱਕੋ ਚੀਜ਼ ਤੋਂ ਹੀ ਪੈਦਾ ਹੋ ਰਿਹਾ ਹੈ ਸਾਰਾ ਕੁਛ। ਅਤੇ ਵਨਸਪਤੀ ਨੂੰ ਘਾਹ ਫੂਸ ਨੂੰ ਖਾ ਕੇ ਜਦੋਂ ਜਾਨਵਰ ਪੈਦਾ ਹੋ ਰਹੇ ਹਨ ਉਹਦੇ ਤੋਂ ਰਸ ਲੈ ਰਹੇ ਹਨ, ਘਾਹ ਫੂਸ ਤੋਂ, ਇਸ ਵਨਸਪਤੀ ਤੋਂ। ਅਤੇ ਪਸ਼ੂ ਜਦੋਂ ਮਰ ਜਾਂਦੇ ਹਨ, ਜਾਨਵਰ ਮਰ ਜਾਂਦੇ ਹਨ, ਉਹ ਫਿਰ ਇਸੇ ਹੀ ਮਿੱਟੀ ਦੇ ਵਿੱਚ ਰਲ ਜਾਂਦੇ ਹਨ ਅਤੇ ਉਹਨਾਂ ਦੇ ਉੱਪਰ ਫਿਰ ਉਹ ਘਾਹ ਫੂਸ ਪੈਦਾ ਹੋ ਜਾਂਦਾ ਹੈ, ਵਨਸਪਤੀ ਪੈਦਾ ਹੋ ਜਾਂਦੀ, ਉਹ ਉਹਨਾਂ 'ਚੋਂ ਰਸ ਲੈ ਲੈਂਦੀ। ਅਤੇ ਇੱਕ ਦੂਸਰੇ 'ਚੋਂ ਰਸ ਲੈ ਕੇ ਜੀਵਨ ਚੱਲ ਰਿਹਾ ਹੈ। ਅਤੇ ਸਰੀਰ ਮਿੱਟੀ 'ਚ ਹੀ ਮਿਲ ਜਾਂਦਾ ਹੈ ਨਾ, ਅਤੇ ਮਿੱਟੀ 'ਚੋਂ ਫਿਰ ਅੱਗੇ ਪੇੜ ਪੌਦੇ ਪੈਦਾ ਹੋ ਜਾਂਦੇ, ਫਲ ਫੁੱਲ ਲੱਗ ਜਾਂਦੇ, ਅਤੇ ਉਹ ਆਹਾਰ ਲੈ ਲੈਂਦੇ ਹਨ ਇਹਨਾਂ ਸਰੀਰਾਂ 'ਚ, ਅਤੇ ਸਰੀਰਾਂ ਨੂੰ ਫਿਰ ਵਾਪਸ ਕਰ ਦਿੰਦੇ ਹਨ। ਇਹ ਸਰਕੂਲਰ ਹੈ, ਇੱਕ ਦੂਸਰੇ ਦੇ ਸਹਿਯੋਗ ਨਾਲ ਜੀਵਨ ਚੱਲ ਰਿਹਾ ਹੈ, ਜੀਵਨ ਜੁੜਿਆ ਹੋਇਆ ਹੈ। ਇਸੇ ਕਾਰਨ ਹੀ ਇਹ ਸਪਸ਼ਟ ਨਹੀਂ ਹੋ ਪਾਉਂਦਾ। ਹੁਣ ਕਈ ਐਸੇ ਧਾਰਮਿਕ ਲੋਕ ਹਨ, ਜਿਵੇਂ ਕੁਆਕਰ ਈਸਾਈ ਹਨ, ਕੁਛ ਕੁ ਸੰਪਰਦਾਵਾਂ ਦੇ, ਉਹ ਮੰਨਦੇ ਹਨ ਦੁੱਧ ਨੂੰ ਮਾਸਾਹਾਰ, ਤੋਂ ਨਹੀਂ ਪੀਂਦੇ, ਨਹੀਂ ਵਰਤਦੇ ਹਨ, ਕਹਿੰਦੇ ਮਾਸਾਹਾਰ। ਅਤੇ ਇੱਧਰ ਹਿੰਦੂ ਹਨ, ਸਿੱਖ ਹਨ, ਇਹਨੂੰ ਪਵਿੱਤਰ ਆਹਾਰ ਮੰਨਦੇ। ਅਤੇ ਤੁਸੀਂ ਵੀ ਖਿਆਲ ਕਰੋਗੇ, ਤੁਹਾਡੇ ਖਿਆਲ ਵਿੱਚ ਆ ਜਾਵੇਗੀ ਗੱਲ ਵੀ ਦੁੱਧ ਬਣ ਰਿਹਾ ਹੈ ਪਸ਼ੂ ਦੇ ਖੂਨ ਤੋਂ, ਅਤੇ ਖੂਨ ਮਾਸਾਹਾਰ ਹੈ ਕਿ ਸ਼ਾਕਾਹਾਰ ਹੈ? ਤਾਂ ਉਹਦੇ ਅੰਦਰੋਂ ਹੀ ਆ ਰਿਹਾ ਹੈ। ਅਤੇ ਬੱਚਾ ਤਾਂ ਸ਼ੁਰੂ ਤੋਂ ਹੀ ਮਾਸਾਹਾਰ ਕਰਨਾ ਸ਼ੁਰੂ ਕਰ ਦਿੰਦਾ। ਅਤੇ ਫਿਰ ਖਿਆਲ ਵਿੱਚ ਇਹ ਰੱਖਣ ਯੋਗ ਹੈ ਵੀ ਐਸਾ ਨਹੀਂ ਕਿਹਾ ਜਾ ਰਿਹਾ ਵੀ ਤੁਸੀਂ ਮਾਸਾਹਾਰ ਕਰੋ, ਨਹੀਂ। ਇੰਨਾ ਜ਼ਰੂਰ ਕਿਹਾ ਜਾਂਦਾ ਹੈ ਵੀ ਸਤੋਗੁਣੀ ਭੋਜਨ ਕਰੋ। ਸਤੋਗੁਣੀ ਭੋਜਨ ਦਾ ਅਰਥ ਹੁੰਦਾ ਹੈ ਵੀ ਜਿਹੜਾ ਸਹਿਜ ਤੁਹਾਡੇ ਸਰੀਰ ਵਾਸਤੇ, ਪਚਣ ਵਾਸਤੇ ਉਪਯੋਗੀ ਹੋਵੇ। ਤਮੋਗੁਣੀ ਭੋਜਨ ਉਹ ਹੁੰਦਾ ਹੈ ਜਿਹਦੇ ਨਾਲ ਆਲਸ ਪੈਦਾ ਹੋਵੇ, ਭਾਰੀ ਹੋਵੇ। ਰਜੋਗੁਣੀ ਭੋਜਨ ਜਿਹੜਾ ਕਰਦਾ ਹੈ ਉਹ ਬੈਠ ਨਹੀਂ ਸਕਦਾ, ਅਤੇ ਜਿਹੜਾ ਭੋਜਨ ਕਰਕੇ ਖਾ ਪੀ ਕੇ ਬੈਠ ਨਾ ਸਕੇ, ਆਦਮੀ ਸ਼ਾਂਤ ਨਾ ਹੋ ਸਕੇ, ਵੈਸਾ ਭੋਜਨ ਨਹੀਂ ਕਰਨਾ। ਸਹਿਜ ਸਰੀਰ ਦੇ ਅਨੁਕੂਲ। ਅਤੇ ਫਿਰ ਹਰ ਇੱਕ ਆਦਮੀ ਦੇ ਸਰੀਰ ਦੇ ਅਨੁਕੂਲ ਅਲੱਗਾ ਭੋਜਨ ਹੁੰਦਾ ਹੈ। ਉਮਰ ਦੇ ਹਿਸਾਬ ਨਾਲ ਵੀ ਫਰਕ ਹੁੰਦਾ ਹੈ, ਕੁਛ ਪ੍ਰਾਂਤ ਦੇ ਹਿਸਾਬ ਨਾਲ ਵੀ ਫਰਕ ਹੁੰਦਾ ਹੈ। ਖਿਆਲ ਵਿੱਚ ਰੱਖੋ, ਜਿਹੜੇ ਪ੍ਰਾਂਤ ਦੇ ਵਿੱਚ, ਜਿਹੜੇ ਦੇਸ਼, ਜਿਹੜੇ ਇਲਾਕੇ 'ਚ ਕੋਈ ਪੈਦਾ ਹੋਇਆ ਹੈ, ਜਵਾਨ ਹੋਇਆ ਹੈ, ਉੱਥੋਂ ਦਾ ਭੋਜਨ ਕਰਦਾ ਰਿਹਾ ਹੈ, ਉਹਦਾ ਸਰੀਰ ਵੈਸਾ ਹੀ ਬਣ ਜਾਂਦਾ ਹੈ, ਉਹਨੂੰ ਵੈਸਾ ਹੀ ਭੋਜਨ ਉਪਯੋਗੀ ਹੁੰਦਾ ਹੈ। ਇਹ ਗੱਲ ਖਿਆਲ ਵਿੱਚ ਰੱਖੋ। ਅਤੇ ਜਿਹੜਾ ਸਹਿਜ ਹੋਵੇ, ਜਿਹਦੇ ਵਾਸਤੇ ਉਪਯੋਗੀ ਹੋਵੇ। ਫਿਰ ਜੀਵ ਦੇ ਸਵਾਦ ਵਾਸਤੇ ਭੋਜਨ ਨਹੀਂ ਕਰਨਾ ਹੈ, ਜੀਵ ਦਾ ਸਵਾਦ ਛੱਡਣਾ ਹੈ। ਦਰਅਸਲ ਸਤਿਪੁਰਖ ਜਿਹੜੇ ਹਨ
ਉਹ ਕਹਿੰਦੇ ਹਨ ਵੀ ਇੰਦਰੀਆਂ ਦੇ ਸਵਾਦ ਛੱਡਣੇ ਹਨ। ਹੁਣ ਤੁਸੀਂ ਇਉਂ ਸੋਚੋ, ਖਿਆਲ ਕਰੋ, ਜਿਹੜੇ ਧਾਰਮਿਕ ਲੋਕ ਮਾਸ ਨੂੰ ਪਾਪ ਸਮਝਦੇ ਹਨ, ਨਹੀਂ ਕਰਦੇ ਹਨ, ਅਤੇ ਉਹ ਅਗਰ ਜੀਵ ਦੇ ਸਵਾਦ ਵਾਸਤੇ ਕਿਤੇ ਭੋਜਨ ਕਰਨ ਜਾ ਰਹੇ ਹਨ, ਕਈ ਧਾਰਮਿਕ ਲੋਕ ਬਹੁਤ ਦੂਰ ਦੂਰ ਜਾਂਦੇ ਹਨ ਭੋਜਨ ਕਰਨ ਵਾਸਤੇ, ਭੋਜਨ ਦੀਆਂ ਚਰਚਾ ਕਰਦੇ ਹਨ, ਬੜਾ ਸਵਾਦਿਸ਼ਟ ਫਲਾਨੀ ਜਗ੍ਹਾ ਭੋਜਨ ਬਣਦਾ, ਅਤੇ ਅਗਰ ਉੱਥੇ ਜਾ ਰਹੇ ਹਨ ਤਾਂ ਉਹ ਵੀ ਸਵਾਦ ਪਿੱਛੇ ਹੀ ਜਾ ਰਹੇ ਹਨ। ਅਤੇ ਇੱਕ ਹੋਰ ਦੂਸਰਾ ਆਦਮੀ ਜਾ ਰਿਹਾ ਹੈ ਕੁਛ ਮਾਸ ਮੱਛੀ ਖਾਣ ਵਾਸਤੇ ਕਿਤੇ ਦੂਰ, ਤਾਂ ਉਹ ਵੀ ਸਵਾਦ ਵਾਸਤੇ ਜਾ ਰਿਹਾ, ਅਤੇ ਫਰਕ ਕਿੱਥੇ ਹੋਇਆ? ਦੋਵੇਂ ਸਵਾਦ ਪਿੱਛੇ ਭੱਜ ਰਹੇ ਹਨ। ਅਤੇ ਇੰਦਰੀਆਂ ਦੇ ਸਵਾਦ ਛੱਡਣੇ ਹਨ, ਇੰਦਰੀਆਂ ਦੇ ਰਸ ਕਸ ਛੱਡਣੇ ਹਨ। ਰਵਿਦਾਸ ਜੀ ਇੱਕ ਸ਼ਬਦ ਦੁਆਰਾ ਬਹੁਤ ਹੀ ਸੁੰਦਰ ਸਮਝਾਉਂਦੇ ਹਨ। ਮ੍ਰਿਗ ਮੀਨ ਭ੍ਰਿੰਗ ਪਤੰਗ ਕੁੰਚਰ ਏਕ ਦੋਸ਼ ਵਿਨਾਸ਼ ਪੰਚ ਦੋਖ ਜੈ ਅਸਾਧ ਜੈ ਮੇ ਤਾਕੀ ਕੇਤਕ ਆਸ। ਕਹਿੰਦੇ ਹਨ ਵੀ ਇਹ ਜਿਹੜੇ ਜੀਵ ਹਨ ਇੱਕ ਇੱਕ ਦੋਸ਼ ਕਰਕੇ ਮਰ ਜਾਂਦੇ, ਫੜੇ ਜਾਂਦੇ, ਕਾਬੂ 'ਚ ਆ ਜਾਂਦੇ, ਅਤੇ ਜਿਹਦੇ ਵਿੱਚ ਇਹ ਪੰਜੇ ਹੀ ਦੋਸ਼ ਹੋਣ ਮਨੁੱਖ ਦੇ ਵਿੱਚ, ਉਹਦੇ ਕੀ ਹਾਲ ਹੋਊਗਾ? ਜਿਵੇਂ ਹਾਥੀ ਦੇ ਵਿੱਚ ਜ਼ਿਆਦਾਤਰ ਕਾਮ ਹੈ, ਤਾਂ ਉਹਨੂੰ ਫੜਨ ਵਾਲੇ ਕਰਦੇ ਹਨ ਵੱਡਾ ਸਾਰਾ ਖੱਡਾ ਖੋਦ ਦਿੰਦੇ, ਉੱਪਰ ਹਥਨੀ ਦੀ ਕਾਗਜ਼ ਦੀ ਫੋਟੋ ਮੂਰਤੀ ਬਣਾ ਦਿੰਦੇ, ਹਾਥੀ ਦੂਰੋਂ ਦੇਖਦਾ, ਦੌੜਿਆ ਆਉਂਦਾ ਅਤੇ ਖੱਡੇ ਦੇ ਵਿੱਚ ਡਿੱਗ ਪੈਂਦਾ, ਤਾਂ ਜਦੋਂ ਨਿਰਬਲ ਹੋ ਜਾਂਦਾ ਤਾਂ ਉਹਨੂੰ ਕੱਢ ਲੈਂਦੇ, ਫੜ ਲੈਂਦੇ। ਇਵੇਂ ਹੀ ਮੱਛੀ ਨੂੰ ਫੜਨ ਵਾਲੇ ਇੱਕ ਛੋਟੀ ਜਿਹੀ ਕੁੰਡੀ ਦੇ ਅੱਗੇ ਕੋਈ ਸਵਾਦਿਸ਼ਟ ਪਦਾਰਥ ਖਾਣ ਵਾਲਾ ਲਾ ਦਿੰਦੇ, ਮੱਛੀ ਖਾਣ ਵਾਸਤੇ ਆਉਂਦੀ ਅਤੇ ਕੁੰਡੀ ਹੀ ਮੂੰਹ 'ਚ ਪਾ ਲੈਂਦੀ, ਤਾਂ ਮੂੰਹ ਦੇ ਵਿੱਚ ਕੁੰਡੀ ਫਸ ਜਾਂਦੀ, ਉਹਨੂੰ ਫੜ ਲੈਂਦੇ ਅਤੇ ਸਵਾਦ ਕਰਕੇ ਮਾਰੀ ਗਈ। ਇੱਦਾਂ ਹੀ ਹਰਨ ਨੂੰ ਫੜਨ ਵਾਲੇ ਪੁਰਾਣੇ ਸਮਿਆਂ ਦੇ ਵਿੱਚ ਨਾਦ ਵਜਾਉਂਦੇ ਸਨ, ਤਾਂ ਨਾਦ ਨੂੰ ਸੁਣ ਕੇ ਕੋਲੇ ਆ ਜਾਂਦਾ, ਉਹਨੂੰ ਫੜ ਲੈਂਦੇ, ਅਤੇ ਪਤੰਗਾ ਰੋਸ਼ਨੀ ਦੇਖ ਕੇ, ਜਲਦੀ ਹੋਈ ਲਾਟ ਦੇਖ ਕੇ ਉਹਦੇ ਵੱਲ ਨੂੰ ਨੱਠਦਾ ਅਤੇ ਸੜ ਜਾਂਦਾ। ਅਤੇ ਭਗਤ ਜੀ ਕਹਿੰਦੇ ਹਨ ਵੀ ਇਹ ਇੱਕ ਇੱਕ ਦੋਸ਼ ਕਰਕੇ ਮਾਰੇ ਗਏ, ਅਤੇ ਜਿਹੜੇ ਮਨੁੱਖ ਦੇ ਵਿੱਚ ਇਹ ਪੰਜੇ ਹੀ ਦੋਸ਼ ਹਨ, ਉਹਦਾ ਕੀ ਹਾਲ ਹੋਵੇਗਾ? ਜਿਹਨੂੰ ਹੁਣ ਖਾਣ ਦੀ ਵੀ ਲਾਲਸਾ ਹੈ, ਜੀਭ ਦੇ ਸਵਾਦ ਮਗਰ ਨੱਠਦਾ ਹੈ, ਦੂਰ ਦੂਰ ਜਾਂਦਾ ਹੈ। ਕਈ ਬਹੁਤ ਚਰਚਾ ਕਰਦੇ ਹਨ ਭੋਜਨਾਂ ਦੀ, ਵਿਚਾਰ ਹੀ ਕਰਦੇ ਰਹਿੰਦੇ ਕੀ ਖਾਣਾ ਕੀ ਨਹੀਂ ਖਾਣਾ। ਹੁਣ ਵਿਚਾਰਧਾਰਾ ਅਤੇ ਭੋਜਨ ਦੀ ਚੱਲ ਰਹੀ ਹੈ ਰੱਬ ਦੀ ਥੋੜ੍ਹੀ, ਅਤੇ ਕਈ ਦੇਖ ਕੇ ਸਮੋਹਿਤ ਹੋ ਜਾਂਦੇ ਕਿਸੇ ਚੀਜ਼ ਨੂੰ ਵੀ ਇਹ ਮੇਰੇ ਕੋਲ ਵੀ ਹੋਵੇ, ਆਕਾਂਸ਼ਾ ਪੈਦਾ ਹੋ ਜਾਂਦੀ, ਵਾਸ਼ਨਾ ਪੈਦਾ ਹੋ ਜਾਂਦੀ, ਉਹਦੇ ਪਿੱਛੇ ਚੱਲ ਪੈਂਦੇ ਹਨ। ਕਈ ਦੇਖਣ ਪਿੱਛੇ ਹੀ ਚੱਲੇ ਤੁਰੇ ਫਿਰਦੇ ਹਨ, ਦੇਖਣਾ ਹੈ ਕੋਈ ਤਾਂ ਉਹਨਾਂ ਨੂੰ ਦੇਖਣ ਦੀ ਵਾਸ਼ਨਾ ਹੈ, ਕਈਆਂ ਨੂੰ ਸੁਣਨ ਦੀ ਵਾਸ਼ਨਾ ਹੈ, ਉਹ ਸਾਰੀ ਦਿਹਾੜੀ ਕੁਛ ਨਾ ਕੁਛ ਸੁਣਦੇ ਹੀ ਰਹਿੰਦੇ ਹੈ, ਅਤੇ ਕਈਆਂ ਨੂੰ ਭੋਗਣ ਦੀ ਵਾਸ਼ਨਾ ਹੈ, ਉਹ ਭੋਗਣ ਦਾ ਪਲਾਨਿੰਗ ਬਣਾਉਂਦੇ ਰਹਿੰਦੇ ਕਿਵੇਂ ਭੋਗਣਾ, ਤਾਂ ਉਸ ਵਿਚਾਰਧਾਰਾ 'ਚ ਉਲਝੇ ਰਹਿੰਦੇ। ਅਤੇ ਇੱਧਰ ਇਹ ਕਿਹਾ ਜਾ ਰਿਹਾ ਹੈ ਵੀ ਇਹ ਇੰਦਰੀਆਂ ਦੀਆਂ ਵਾਸ਼ਨਾਵਾਂ ਛੱਡਣੀਆਂ ਹਨ। ਅਤੇ ਅਗਰ ਤੁਹਾਡੇ ਕੋਲੋਂ ਵਾਸ਼ਨਾਵਾਂ ਛੁੱਟ ਗਈਆਂ ਤਾਂ ਤੁਸੀਂ ਆਪਣੇ ਆਪ ਹੀ ਸਹਿਜ ਹੋ ਜਾਵੋਗੇ। ਇਹੋ ਹੀ ਫਰਕ ਹੈ। ਇਹ ਬਾਹਰ ਮੁਖੀ ਧਾਰਮਿਕ ਲੋਕ ਬਾਹਰੋਂ ਕਹਿੰਦੇ ਹਨ ਮਰਿਆਦਾ 'ਚ ਰਹੋ, ਵੀ ਆਹ ਨਾ ਖਾਓ, ਜੇ ਨਾ ਖਾਓ, ਇੱਧਰ ਨਾ ਜਾਓ, ਉੱਧਰ ਨਾ ਜਾਓ, ਬਾਹਰੋਂ ਰੋਕੋ। ਪਰ ਜਿਹੜੇ ਵਾਸਤਵਿਕ ਜਾਗਰਤ ਪੁਰਸ਼ ਹਨ ਉਹ ਕਹਿੰਦੇ ਹਨ ਨਹੀਂ, ਤੁਸੀਂ ਅੰਦਰ ਨੂੰ ਆ ਜਾਓ। ਜਦੋਂ ਤੁਸੀਂ ਇਹਨਾਂ ਇੰਦਰੀਆਂ ਦੀਆਂ ਵਾਸ਼ਨਾਵਾਂ ਤਿਆਗ ਦਿੱਤੀਆਂ, ਤੁਸੀਂ ਅੰਦਰ ਨੂੰ ਆ ਗਏ, ਸਹਿਜ ਹੋ ਗਏ, ਅੰਦਰਲਾ ਰਸ ਮਿਲਣ ਲੱਗ ਪਿਆ ਤੁਹਾਨੂੰ, ਅਤੇ ਬਾਹਰਲੇ ਰਸ ਤੁਹਾਡੇ ਛੁੱਟ ਜਾਣੇ ਹਨ। ਉੱਦਾਂ ਨਹੀਂ ਛੁੱਟਣੇ ਹਨ ਜ਼ਬਰਦਸਤੀ। ਅਤੇ ਇਸੇ ਕਾਰਨ ਹੀ ਕਿਹਾ ਜਾਂਦਾ ਹੈ ਨਾ, ਇੰਦਰੀਆਂ ਤੋਂ ਧਿਆਨ ਹਟਾਉਣਾ, ਉਹ ਹੀ ਵਾਸ਼ਨਾਵਾਂ ਤਿਆਗਣੀਆਂ, ਜਾਂ ਸੰਸਾਰ ਵੱਲੋਂ ਧਿਆਨ ਹਟਾਉਣਾ, ਵਾਸ਼ਨਾਵਾਂ ਤਿਆਗਣੀ।
ਹੁਣ ਖਾਣ ਦੀ ਵਾਸ਼ਨਾ ਤਾਂ ਵੀ ਧਿਆਨ ਜਾਏਗਾ ਬਾਹਰ, ਦੇਖਣ ਦੀ ਵਾਸ਼ਨਾ, ਸੁਣਨ ਦੀ ਕੋਈ ਵੀ ਵਾਸ਼ਨਾ ਹੈ ਤੇ ਧਿਆਨ ਤੇ ਬਾਹਰ ਜਾਵੇਗਾ। ਤੇ ਸੰਸਾਰ ਵੱਲੋਂ ਧਿਆਨ ਹਟਾਉਣ ਦਾ ਇਹੋ ਹੀ ਅਰਥ ਹੈ, ਵਾਸ਼ਨਾਵਾਂ ਛੱਡਣੀਆਂ, ਇੰਦਰੀਆਂ ਵੱਲੋਂ ਧਿਆਨ ਹਟਾਉਣਾ, ਇਹੋ ਹੀ ਕਿਹਾ ਜਾ ਰਿਹਾ ਹੈ ਨਾ। ਤੇ ਜੀਭ ਦਾ ਵੀ ਸਵਾਦ ਛੱਡਣਾ ਹੈ। ਤੇ ਜਦੋਂ ਕੋਈ ਸਵਾਦਿਸ਼ਟ ਭੋਜਨ ਖਾਣ ਦੀ ਇੱਛਾ ਨਹੀਂ, ਬਾਹਰ ਨਹੀਂ ਭਟਕੇਗਾ ਮਨ। ਕੁਛ ਦੇਖਣ ਦੀ ਬਹੁਤੀ ਇੱਛਾ ਨਹੀਂ ਹੈ, ਬਾਹਰ ਨਹੀਂ ਭਟਕੇਗਾ ਮਨ। ਕੋਈ ਭੋਗਣ ਦੀ ਇੱਛਾ ਨਹੀਂ ਹੈ, ਬਾਹਰ ਨਹੀਂ ਭਟਕੇਗਾ ਮਨ। ਕੋਈ ਸੁਣਨ ਦੀ ਇੱਛਾ ਨਹੀਂ ਹੈ ਤਾਂ ਵੀ ਨਹੀਂ ਬਾਹਰ ਭਟਕੇਗਾ ਮਨ। ਤੇ ਜਦੋਂ ਕੋਈ ਵੀ ਇੱਛਾ ਨਾ ਰਹੀ, ਫਿਰ ਜੀਣ ਦੀ ਇੱਛਾ ਨਾ ਰਹੀ, ਤਾਂ ਮਨ ਫਿਰ ਬਾਹਰ ਜਾਵੇਗਾ ਹੀ ਨਹੀਂ। ਫਿਰ ਅੰਦਰੋਂ ਸਹਿਜਤਾ ਆ ਜਾਂਦੀ, ਅੰਦਰੋਂ ਮਰਿਆਦਾ ਆਉਂਦੀ ਹੈ ਫਿਰ, ਕਿਉਂਕਿ ਚੇਤੇ ਹੀ ਨਹੀਂ ਕਰਦਾ। ਫਿਰ ਉਹਦੇ ਸਾਹਮਣੇ ਭਾਵੇਂ ਭੋਗਣ ਵਾਲੀ ਸਮੱਗਰੀ ਹੋਵੇ, ਖਾਣ ਵਾਲੀ ਹੋਵੇ, ਉਹਦਾ ਵਿਚਾਰ ਹੀ ਨਹੀਂ ਉੱਠੇਗਾ, ਕਿ ਅੰਦਰ ਨਹੀਂ ਹੈ ਨਾ ਵਾਸ਼ਨਾ। ਹੁਣ ਜਿਹਦੇ ਅੰਦਰ ਵਾਸ਼ਨਾ ਉਹ ਸੋਚਦਾ ਰਹੇਗਾ। ਫਿਰ ਧਾਰਮਿਕ ਲੋਕ ਧਾਰਮਿਕ ਢੰਗ ਨਾਲ ਕੋਈ ਰਸਤਾ ਲੱਭਦੇ ਹਨ ਖਾਣ ਵਾਸਤੇ। ਜਿਹਦੇ ਅੰਦਰ ਵਾਸ਼ਨਾ ਹੈ ਉਹ ਬਾਹਰ ਜਾਵੇਗਾ। ਤੇ ਇੱਧਰ ਕਿਹਾ ਜਾਂਦਾ ਹੈ ਵਾਸ਼ਨਾ ਦਾ ਤਿਆਗ, ਸੰਸਾਰਿਕ। ਇਹ ਫਿਰ ਬਾਹਰਲੇ ਰਸ ਜਿਹੜੇ ਹਨ ਫਿੱਕੇ ਹਨ, ਹੋਸ਼ੇ ਹਨ, ਇਹ ਭਟਕਾਉਂਦੇ ਹਨ। ਸਿਰਫ ਲੋਕ ਭਟਕ ਹੀ ਰਹੇ ਹਨ ਇਹਨਾਂ ਸਵਾਦਾਂ ਦੇ ਪਿੱਛੇ ਬਾਹਰ। ਅਤੇ ਇਹਨਾਂ ਨੂੰ ਜਿਹੜਾ ਛੱਡ ਦਿੰਦਾ ਹੈ ਉਹਨੂੰ ਫਿਰ ਅਸਲੀ ਅੰਦਰੋਂ ਸਵਾਦ ਆਉਂਦਾ ਹੈ। ਹੁਣ ਬਾਹਰੋਂ ਧਿਆਨ ਹਟਾਓਗੇ ਤਾਂ ਹੀ ਅੰਦਰ ਨੂੰ ਜਾਓਗੇ ਨਾ, ਅੰਦਰਲੇ ਸਵਾਦ ਵੱਲ, ਅੰਦਰਲੇ ਰਸ ਵੱਲ। ਤੋ ਵਾਸਤਵਿਕ ਹੈ ਫਿਰ ਸਦੀਵੀ ਹੈ, ਉਹ ਆਪਣਾ ਹੈ। ਸੰਸਾਰ ਦਾ ਆਪਣਾ ਨਹੀਂ ਹੈ ਕੋਈ ਰਸ। ਇਹ ਤਾਂ ਇੰਦਰੀਆਂ ਦੁਆਰਾ ਹੈ। ਜਿੰਨਾ ਚਿਰ ਇੰਦਰੀਆਂ ਠੀਕ ਠਾਕ ਹਨ ਉਹਨਾਂ ਚਿਰ ਮਿਲੇਗਾ, ਜਦੋਂ ਕਮਜ਼ੋਰ ਹੋ ਗਈਆਂ ਫਿਰ ਮਿਲੇਗਾ ਵੀ ਨਹੀਂ। ਇਸ ਕਰਕੇ ਬੁੱਢੇ ਬਾਰੇ ਬੜਾ ਔਖਾ ਹੁੰਦਾ ਹੈ ਬੰਦਾ। ਅਤੇ ਇਹਨਾਂ ਨੂੰ ਬਾਹਰੋਂ ਤਿਆਗ ਕੇ ਅਤੇ ਅੰਦਰ ਨੂੰ ਆਓ।